ਰਾਸ਼ਟਰਪਤੀ ਦੀ ਚੋਣ ਵੀ ਹੋ ਰਹੀ ਹੈ ਮਾਨ ਸਾਹਿਬ, ਉਹਦੇ ਲਈ ਫੈਸਲਾ ਪਾਰਟੀ ਨੇ ਕਰ ਲਿਆ ਕਿਸ ਉਮੀਦਵਾਰ ਨੂੰ ਚੁਣਨਾ ਹੈ? ਹਾਂ, ਉਹਨਾਂ ਨੇ ਕਿਹਾ ਕਿ ਇਹ ਤੁਸੀਂ ਆਪ ਸੋਚ ਕੇ ਵੋਟ ਪਾ ਦਿਓ। ਮਾਣ ਪਹਿਨ ਵੀ ਸਕਦਾ ਹੈ, ਜਿਵੇਂ ਆ ਮੈਂ ਪਹਿਨੀ ਹੋਈ ਹੈ, ਤੇ ਨਾਲ ਲਿਜਾ ਵੀ ਸਕਦਾ ਹੈ। ਹੁਣ ਆਪਾਂ ਗੁਲਾਮ ਹੈ ਹਿੰਦੁੱਤਵਾ ਦੇ ਥੱਲੇ। ਹੁਣ ਜੇ ਮੈਨੂੰ ਲਿਜਾਣ ਦੇਣਗੇ ਇਹ ਜਾਊਗੀ, ਜੇ ਨਹੀਂ ਲਿਜਾਣ ਦੇਣਗੇ ਫਿਰ ਅਸੀਂ ਨਹੀਂ ਲੈ ਕੇ ਜਾ ਸਕਦੇ। ਤੇ ਜਿਵੇਂ ਔਰੰਗਜ਼ੇਬ ਹਿੰਦੂਆਂ ਦੇ ਜਨੇਊ ਲਾਉਂਦਾ ਹੁੰਦਾ ਸੀਗਾ, ਇਹ ਉਸੇ ਤਰ੍ਹਾਂ ਹੀ ਅੱਜ ਜੇ ਮੇਰੀ ਸ੍ਰੀ ਸਾਹਿਬ ਨਾ ਜਾਣ ਦਿੱਤੀ, ਇਹ ਔਰੰਗਜ਼ੇਬ ਦੇ ਬਰਾਬਰ ਦਾ ਸਿੱਖ ਕੌਮ ਦੇ ਉੱਤੇ ਜ਼ੁਲਮ ਕੀਤਾ ਜਾਊਗਾ। ਐਵੇਂ ਬਦਨਾਮ ਕੀਤਾ ਜਾ ਰਿਹਾ। ਨਾਨਾ ਜੀ ਨੇ ਸਰੋਪਾ ਦਿੱਤਾ ਸੀਗਾ ਡਾਇਰ ਨੂੰ, ਉਹਨੂੰ ਠੰਡਾ ਕਰਨ ਦੇ ਲਈ, ਕਿਉਂ ਕਰਕੇ ਬਰਤਾਨੀਆ ਦੀ ਸਰਕਾਰ ਜਲਿਆਂਵਾਲੇ ਬਾਗ ਦੇ ਉੱਤੇ ਬੰਬਬਾਰੀ ਕਰਨਾ ਚਾਹੁੰਦੀ ਸੀ। ਜੇ ਇੰਦਰਾ ਗਾਂਧੀ ਨੂੰ ਬਾਦਲ, ਟੋੜਾ, ਤਲਵੰਡੀ, ਲੌਂਗੋਵਾਲ ਸ਼ਾਂਤ ਕਰ ਲੈਂਦੇ ਤਾਂ ਫਿਰ ਬਲੂ ਸਟਾਰ ਨਹੀਂ ਸੀ ਹੋਣਾ। ਤੇ ਇਹ ਵੀ ਗੱਲ ਹੁੰਦੀ ਹੈ ਕਿ ਭਗਤ ਸਿੰਘ ਨੇ ਤੁਹਾਨੂੰ ਇਲੈਕਸ਼ਨਾਂ ਦਾ ਹੱਕ ਦਿੱਤਾ, ਨਹੀਂ ਦਿੱਤਾ। ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ 1937 ਦੇ ਵਿੱਚ ਲਾਹੌਰ ਦੀ ਅਸੈਂਬਲੀ ਦੇ ਇਲੈਕਸ਼ਨ ਲੜ ਕੇ ਜਿੱਤ ਕੇ ਅਸੈਂਬਲੀ 'ਚ ਗਏ ਸੀਗੇ। ਸੋ ਇਹ ਪਖੰਡ ਇਹੋ ਜਿਹੇ ਨਾ ਕਰੋ। ਮਾਫੀ ਮੰਗੋ। ਕਾਹਦੇ ਲਈ ਮਾਫੀ ਮੰਗੋ? ਸੱਚਾਈ ਦੇ ਲਈ ਮਾਫੀ ਮੰਗ, ਸੱਚਾਈ ਦੇ ਲਈ ਮਾਫੀ ਮੰਗੀਏ। ਤੇ ਜਿਹੜਾ ਤੁਸੀਂ ਚੱਡੇ ਨੂੰ ਬਣਾਤਾ ਤੇ ਉੱਥੇ ਸਰਕਾਰ ਦਿੱਲੀ ਦੇ ਕੋਲੇ ਕਰਤੀ ਹੈ, ਤੇ ਮੁੰਡੇ ਟੈਂਕੀਆਂ ਤੇ ਚੜੇ ਹੋਏ ਆ, ਉਹਨਾਂ ਤੋਂ ਮਾਫੀਆਂ ਕਰੋ, ਮੰਗੋ। ਜਿਹੜਾ ਕਿ ਇਹ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੈਗੇ, ਉਹਨਾਂ ਤੋਂ ਮਾਫੀ ਮੰਗੋ ਤੁਸੀਂ। ਬੰਦੀ ਸਿੰਘਾਂ ਨੂੰ ਛਡਾਉਣਾ ਬਹੁਤ ਜ਼ਰੂਰੀ ਹੈ। SGPC ਦੇ ਇਲੈਕਸ਼ਨ 11 ਸਾਲ ਤੋਂ ਨਹੀਂ ਹੋ ਰਹੇ, ਉਹ ਕਰਾਉਣੇ ਬਹੁਤ ਜ਼ਰੂਰੀ ਹੈ। 11 ਸਾਲ ਹੋ ਗਏ ਹੈ, ਅਜੇ ਇਲੈਕਸ਼ਨਸ ਕਿਉਂ ਨਹੀਂ ਹੋ ਰਹੇ? ਸਾਡੀ ਜਿਹੜੀ ਜਮਹੂਰੀਅਤਵਾਦ ਹੈ ਉਹ ਇੰਡੀਆ ਨੇ ਦਬਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ ਅਰਦਾਸ ਕੀਤੀ। ਉਹਨਾਂ ਕਿਹਾ ਕਿ ਜੇਕਰ ਉਹ ਜਾਂਦੇ ਨੇ ਤਾਂ ਕਿਰਪਾਨ ਨਾਲ ਪਾਰਲੀਮੈਂਟ ਜਾਵਾਂਗਾ, ਜੇਕਰ ਉਹਨਾਂ ਨੂੰ ਕਿਰਪਾਨ ਨਾ ਲਿਜਾਣ ਦਿੱਤੀ ਗਈ ਤਾਂ ਉਹ ਇਸ ਦਾ ਸਖਤ ਵਿਰੋਧ ਕਰਨਗੇ। ਫਿਰ ਉਹਦੇ ਮੁਤਾਬਕ ਬੋਲਿਆ ਜਾਊਗਾ। ਇਹ ਆਪਣੀ ਮਰਜ਼ੀ ਨਹੀਂ ਹੁੰਦੀ, ਟੌਪਿਕ ਦੇ ਉੱਤੇ ਬੋਲਣਾ ਪਊਗਾ। ਤੇ ਪਹਿਲਾਂ ਤਾਂ ਬਹੁਤ ਸ਼ੋਰ ਹੋਊਗਾ ਅੱਜ, ਕਿਉਂ ਕਰਕੇ ਪਹਿਲੇ ਦਿਨ ਦੀ ਇਹ ਮੀਟਿੰਗ ਹੈ, ਤੇ ਇਹਦੇ ਵਿੱਚ ਜਦੋਂ ਟਾਈਮ ਨਿਕਲਿਆ ਤਾਂ ਫਿਰ ਦੇਖਾਂਗੇ ਕੀ ਕਹਿ ਸਕਦੇ ਹਾਂ। ਰਾਸ਼ਟਰਪਤੀ ਦੀ ਚੋਣ ਵੀ ਹੋ ਰਹੀ ਹੈ ਮਾਨ ਸਾਹਿਬ, ਉਹਦੇ ਲਈ ਫੈਸਲਾ ਪਾਰਟੀ ਨੇ ਕਰ ਲਿਆ ਕਿਸ ਉਮੀਦਵਾਰ ਨੂੰ ਚੁਣਨਾ ਹੈ? ਹਾਂ, ਉਹਨਾਂ ਨੇ ਕਿਹਾ ਕਿ ਇਹ ਤੁਸੀਂ ਆਪ ਸੋਚ ਕੇ ਵੋਟ ਪਾ ਦਿਓ। ਥੈਂਕ ਯੂ ਜੀ। ਸੋ ਇਹ ਨੇ ਇਹ ਬੰਦੀ ਸਿੰਘਾਂ ਨੂੰ ਛਡਾਉਣਾ ਬਹੁਤ ਜ਼ਰੂਰੀ ਹੈ। SGPC ਦੇ ਇਲੈਕਸ਼ਨ 11 ਸਾਲ ਤੋਂ ਨਹੀਂ ਹੋ ਰਹੇ, ਉਹ ਕਰਾਉਣੇ ਬਹੁਤ ਜ਼ਰੂਰੀ ਹੈ। ਬਾਹਰ ਦੀਆਂ ਸੰਗਤਾਂ ਨੂੰ ਮੈਂ ਅਪੀਲ ਕਰਦਾ, ਜਿਹੜੀਆਂ ਅਮਰੀਕਾ, ਕੈਨੇਡਾ, ਯੂਰਪ, ਜਾਪਾਨ, ਆਸਟ੍ਰੇਲੀਆ, ਕੈਨੇਡਾ ਰਹਿੰਦੀਆਂ, ਕਿ ਆਪਣੇ ਆਪਣੇ MLAs, ਆਪਣੇ ਆਪਣੇ MPs, ਸੈਨੇਟਰਸ ਨੂੰ ਅਪਰੋਚ ਕਰੋ ਕਿ ਜਮਹੂਰੀਅਤ ਦਾ ਹੱਕ ਸਾਡਾ ਮਾਰਿਆ ਗਿਆ। 15 ਸਤੰਬਰ ਨੂੰ UN ਬਿਲਡਿੰਗ ਨਿਊਯਾਰਕ ਦੇ ਵਿੱਚ ਬਹੁਤ ਤਕੜਾ ਸਿੱਖਾਂ ਦਾ ਮੁਜ਼ਾਹਰਾ ਹੋਊਗਾ, ਕਿਉਂ ਕਰਕੇ 15 ਸਤੰਬਰ ਜਮਹੂਰੀਅਤ ਦਿਨ ਹੈ, UN ਵੱਲੋਂ ਬਣਾਇਆ ਗਿਆ। ਤੇ 15 ਸਤੰਬਰ ਨੂੰ ਦਰਬਾਰ ਸਾਹਿਬ ਦੇ ਅੱਗੇ ਬਹੁਤ ਵੱਡਾ ਇਕੱਠ ਹੋਊਗਾ, ਜਮਹੂਰੀਅਤ ਦਿਨ ਹੋਊਗਾ। ਤੇ ਸਾਡੀ ਜਿਹੜੀ ਸਿੱਖਾਂ ਦੀ ਜਮਹੂਰੀਅਤ ਲਈ ਗਈ ਹੈ ਉਹਦੇ ਬਾਰੇ ਅਸੀਂ ਬੋਲਾਂਗੇ ਕਿ ਸਿੱਖ ਆਂਦੀ ਪਾਰਲੀਮੈਂਟ 11 ਸਾਲ ਹੋ ਗਏ ਹੈ, ਅਜੇ ਇਲੈਕਸ਼ਨਸ ਕਿਉਂ ਨਹੀਂ ਹੋ ਰਹੇ? ਸਾਡੀ ਜਿਹੜੀ ਜਮਹੂਰੀਅਤਵਾਦ ਹੈ ਉਹ ਇੰਡੀਆ ਨੇ ਦਬਾ ਦਿੱਤੀ ਹੈ। ਬੇਅਦਬੀਆਂ ਹੋਈਆਂ ਬਰਗਾੜੀ ਦੇ ਵਿੱਚ, 328 ਸਰੂਪ SGPC ਨੇ ਗੁੰਮ ਕਰਤੇ ਹੈ, ਵੇਚਦੇ ਹੈ, ਕੀ ਕੀਤਾ ਹੈ ਉਹਦੀ ਕੋਈ ਇਨਕੁਆਇਰੀ ਨਹੀਂ ਹੋ ਰਹੀ। ਔਰ ਜੋ ਬਰਗਾੜੀ ਦੇ ਨੇੜੇ 2 ਸਿੰਘ ਸ਼ਹੀਦ ਕੀਤੇ ਸੀਗੇ, ਅਜੇ ਤੱਕ ਉਹ ਪੁਲਿਸ ਅਫਸਰ ਫੜੇ ਨਹੀਂ ਗਏ। 3 ਹਾਈ ਕੋਰਟ ਦੇ ਜੱਜ ਹੈ, ਸਾਗਵਾਨ ਸਾਹਿਬ ਹੈ, ਸ਼ਕਾਵਤ ਸਾਹਿਬ ਹੈ, ਇੱਕ ਬਜਾਜ ਸਾਹਿਬ ਹੈ, ਜਿਹੜੇ ਆਰਡਰ ਦੇ ਰਹੇ ਹੈ ਕਿ ਤਫਤੀਸ਼ ਬਰਗਾੜੀ ਤੇ ਬੇਅਦਬੀ ਦੇ ਮਾਮਲੇ ਦੇ ਵਿੱਚ ਲੰਬੀ ਪਾਈ ਜਾਵੇ ਤੇ ਰੋੜੇ ਰਸਤਿਆਂ ਦੇ ਵਿੱਚ ਪਾ ਰਹੇ ਹੈ।
ਜਿਹੜਾ ਮੈਂ ਸਮਝਦਾ ਹਿੰਦੂਤਵਾ ਨੂੰ ਸਾਡੇ ਧਰਮ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਇਹ ਦੇਖੋ ਜੀ, ਜੇ ਤਾਂ ਇਹ ਸਰਕਾਰ ਦੀ ਮਰਜ਼ੀ ਹੈ, ਹੁਣ ਮੇਰਾ ਮਤਲਬ ਕੌਨਸਟੀਟਿਊਸ਼ਨ ਕਹਿੰਦੀ ਹੈ ਕਿ ਸਿੱਖ ਆਪਣੀ ਕਿਰਪਾਨ ਪਹਿਨ ਵੀ ਸਕਦਾ, ਜਿਵੇਂ ਆਹ ਮੈਂ ਪਹਿਨੀ ਹੋਈ ਹੈ, ਤੇ ਨਾਲ ਲਿਜਾ ਵੀ ਸਕਦਾ। ਹੁਣ ਆਪਾਂ ਗੁਲਾਮ ਹੈ ਹਿੰਦੂਤਵਾ ਦੇ ਥੱਲੇ। ਹੁਣ ਜੇ ਮੈਨੂੰ ਲਿਜਾਣ ਦੇਣਗੇ ਇਹ ਜਾਊਗੀ, ਜੇ ਨਹੀਂ ਲਿਜਾਣ ਦੇਣਗੇ ਫਿਰ ਅਸੀਂ ਨਹੀਂ ਲੈ ਕੇ ਜਾ ਸਕਦੇ। ਇਹ ਸਾਡੇ ਦੇ ਉੱਤੇ ਜ਼ੁਲਮ ਹੈ। ਜਿਵੇਂ ਔਰੰਗਜ਼ੇਬ ਸਵਾ ਮਣ ਜਨੇਊ ਹਿੰਦੂਆਂ ਦਾ ਲਾ ਕੇ ਤੋਲ ਕੇ ਫਿਰ ਰੋਟੀ ਖਾਂਦਾ ਸੀਗਾ। ਇਹ ਸਾਡਾ ਚਿੰਨ੍ਹ ਹੈ, 5 ਕਕਾਰ ਨੇ। ਅਤੇ ਜਿਵੇਂ ਔਰੰਗਜ਼ੇਬ ਹਿੰਦੂਆਂ ਦੇ ਜਨੇਊ ਲਾਉਂਦਾ ਹੁੰਦਾ ਸੀਗਾ, ਇਹ ਉਸੇ ਤਰ੍ਹਾਂ ਹੀ ਅੱਜ ਜੇ ਮੇਰੀ ਸ੍ਰੀ ਸਾਹਿਬ ਨਾ ਜਾਣ ਦਿੱਤੀ, ਇਹ ਔਰੰਗਜ਼ੇਬ ਦੇ ਬਰਾਬਰ ਦਾ ਸਿੱਖ ਕੌਮ ਦੇ ਉੱਤੇ ਜ਼ੁਲਮ ਕੀਤਾ ਜਾਊਗਾ। ਦੂਸਰੀ ਗੱਲ ਹੈ ਕਿ ਮੇਰੇ ਨਾਨਾ ਜੀ ਦੀ ਗੱਲਬਾਤ ਬਹੁਤ ਹੋ ਰਹੀ ਹੈ ਕਿ ਉਹਨਾਂ ਨੇ ਸਰੋਪਾ ਦਿੱਤਾ ਸੀ, ਪਰ ਯਾਦ ਰੱਖੋ ਜਿਹੜੀ ਗੋਲੀ ਚਲਾਈ ਹੈ ਜਲਿਆਂਵਾਲੇ ਬਾਗ 'ਚ, ਇਹ ਗੋਰਖਾ ਰੈਜੀਮੈਂਟ ਨੇ ਚਲਾਈ ਸੀ, ਜਿਹੜੇ ਹਿੰਦੂ ਹੈਗੇ ਹੈ, ਠੀਕ ਹੈ। ਉਹਦਾ ਜ਼ਿਕਰ ਆਉਣਾ ਚਾਹੀਦਾ ਹੈ, ਕਿਉਂ ਕਰਕੇ ਮੈਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ। ਨਾਨਾ ਜੀ ਨੇ ਸਰੋਪਾ ਦਿੱਤਾ ਸੀਗਾ ਡਾਇਰ ਨੂੰ, ਉਹਨੂੰ ਠੰਡਾ ਕਰਨ ਦੇ ਲਈ, ਕਿਉਂ ਕਰਕੇ ਬਰਤਾਨੀਆ ਦੀ ਸਰਕਾਰ ਜਲਿਆਂਵਾਲੇ ਬਾਗ ਦੇ ਉੱਤੇ ਬੰਬਬਾਰੀ ਕਰਨਾ ਚਾਹੁੰਦੀ ਸੀ। ਉਹਨਾਂ ਦਿਨਾਂ ਦੇ ਵਿੱਚ ਬੰਬ ਇੰਨੇ ਪ੍ਰੈਸੀਜਨ ਨਹੀਂ ਹੁੰਦੀ ਸੀਗੀ ਕਿ ਜਿੱਥੇ ਨਿਸ਼ਾਨਾ ਮਾਰੀਏ ਉੱਥੇ ਡਿੱਗ ਪੈਣੇ। ਦਰਬਾਰ ਸਾਹਿਬ ਦੇ ਵਿੱਚ ਜੇ ਡਿੱਗ ਜਾਂਦਾ ਸਿੱਖਾਂ ਦੀ ਆਫਤ ਆ ਜਾਣੀ ਸੀਗੀ। ਔਰ ਜਿਹੜਾ ਖਾਲਸਾ ਕਾਲਜ ਦਾ ਅੰਗਰੇਜ਼ ਪ੍ਰਿੰਸੀਪਲ ਸੀ, ਉਸ ਨੇ ਮੇਰੇ ਨਾਨਾ ਜੀ ਨੂੰ ਕਿਹਾ ਕਿ ਤੁਸੀਂ ਡਾਇਰ ਨੂੰ ਠੰਡਾ ਕਰੋ, ਜਿਹਦੇ ਨਾਲ ਇਹਨੂੰ ਸ਼ਾਂਤ ਹੋਵੇ। ਜੇ ਇੰਦਰਾ ਗਾਂਧੀ ਨੂੰ ਬਾਦਲ, ਟੋੜਾ, ਤਲਵੰਡੀ, ਲੌਂਗੋਵਾਲ ਸ਼ਾਂਤ ਕਰ ਲੈਂਦੇ ਤਾਂ ਫਿਰ ਬਲੂ ਸਟਾਰ ਨਹੀਂ ਸੀ ਹੋਣਾ। ਮੇਰੇ ਨਾਨਾ ਜੀ ਨੇ ਦਰਬਾਰ ਸਾਹਿਬ ਦੀ ਅਜ਼ਮਤ ਰੱਖੀ ਹੈ ਅਤੇ ਇਹਦੇ ਉੱਤੇ ਰੌਲਾ ਨਹੀਂ ਪੈਣਾ ਚਾਹੀਦਾ। ਅਤੇ ਮੇਰੇ 'ਤੇ ਇਹ ਵੀ ਗੱਲ ਹੁੰਦੀ ਹੈ ਕਿ ਭਗਤ ਸਿੰਘ ਨੇ ਤੁਹਾਨੂੰ ਇਲੈਕਸ਼ਨਾਂ ਦਾ ਹੱਕ ਦਿੱਤਾ, ਨਹੀਂ ਦਿੱਤਾ। ਮੇਰੇ ਬਜ਼ੁਰਗ ਸਰਦਾਰ ਜੋਗਿੰਦਰ ਸਿੰਘ ਮਾਨ 1937 ਦੇ ਵਿੱਚ ਲਾਹੌਰ ਦੀ ਅਸੈਂਬਲੀ ਦੇ ਇਲੈਕਸ਼ਨ ਲੜ ਕੇ ਜਿੱਤ ਕੇ ਅਸੈਂਬਲੀ 'ਚ ਗਏ ਸੀਗੇ। ਸੋ ਇਹ ਪਖੰਡ ਇਹੋ ਜਿਹੇ ਨਾ ਕਰੋ। ਸਾਨੂੰ ਪਤਾ ਕੀ ਹੋ ਰਿਹਾ ਹੈ। ਅਸੀਂ ਅਲੱਗਾ ਕੌਮ ਹੈ ਅਤੇ ਅਸੀਂ ਆਪਣੇ ਅਲੱਗਾ ਕੌਮ ਦੇ ਹੱਕ ਮੰਗਦੇ ਹਾਂ। ਆਮ ਆਦਮੀ ਪਾਰਟੀ ਬਹੁਤ ਕਹਿ ਰਹੀ ਕਿ ਵੱਖਰੇ ਹੀਰੋ ਨੇ, ਵੱਖਰੇ ਸਾਡੇ ਹੀਰੋ ਨੇ। ਆਮ ਆਦਮੀ ਪਾਰਟੀ ਮਾਫੀ ਮੰਗੋ। ਕਾਹਦੇ ਲਈ ਮਾਫੀ ਮੰਗੋ? ਸੱਚਾਈ ਦੇ ਲਈ ਮਾਫੀ ਮੰਗ, ਖਤਮ ਹੋ ਗਿਆ ਜੀ। ਸੱਚਾਈ ਦੇ ਲਈ ਮਾਫੀ ਮੰਗੀਏ। ਅਤੇ ਜਿਹੜਾ ਤੁਸੀਂ ਚੱਡੇ ਨੂੰ ਬਣਾਤਾ ਅਤੇ ਉੱਥੇ ਸਰਕਾਰ ਦਿੱਲੀ ਦੇ ਕੋਲੇ ਕਰਤੀ ਹੈ ਅਤੇ ਮੁੰਡੇ ਟੈਂਕੀਆਂ 'ਤੇ ਚੜ੍ਹੇ ਹੋਏ ਹੈ, ਉਹਨਾਂ ਤੋਂ ਮਾਫੀਆਂ ਕਰੋ, ਮੰਗੋ। ਜਿਹੜਾ ਕਿ ਇਹ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੈਗੇ, ਉਹਨਾਂ ਤੋਂ ਮਾਫੀ ਮੰਗੋ ਤੁਸੀਂ। ਅਤੇ ਰਾਜ ਸਭਾ ਦੇ ਵਿੱਚ ਵੀ ਇਹ ਗੈਰ ਪੰਜਾਬੀ ਲੋਕ ਭੇਜ ਦਿੱਤੇ ਹੈਗੇ ਹੈ ਅਤੇ ਰਾਜ ਸਭਾ 'ਚ ਉਹ MLA ਜਾਂਦੇ, MP ਜਾਂਦੇ ਹੈ ਜਿਹੜੀ ਸਟੇਟ ਦੀ ਗੱਲ ਕਰਦੇ ਹੈ। ਜਦੋਂ ਸਟੇਟ ਦੇ ਬੰਦੇ ਹੀ ਨਹੀਂ ਭੇਜੇ ਆਮ ਪਾਰਟੀ ਨੇ ਤੇ ਉਹ ਸਟੇਟ ਦੀ ਕੀ ਗੱਲ ਕਰਨਗੇ। ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਆਏ ਸਿਮਰਨਜੀਤ ਸਿੰਘ ਮਾਨ ਨੇ ਅੱਜ ਫਿਰ ਕਿਹਾ ਕਿ ਉਹ ਭਗਤ ਸਿੰਘ ਤੇ ਆਪਣੇ ਬਿਆਨ ਤੇ ਕਾਇਮ ਰਹਿਣਗੇ। ਨਾਲ ਹੀ ਉਹਨਾਂ ਕਿਹਾ, ਮੇਰੇ ਨਾਨਾ ਜੀ ਨੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਕੋਈ ਗਲਤੀ ਨਹੀਂ ਕੀਤੀ, ਬਲਕਿ ਇੰਜ ਕਰਕੇ ਦਰਬਾਰ ਸਾਹਿਬ ਤੇ ਡਾਇਰ ਵੱਲੋਂ ਹਮਲਾ ਹੋਣ ਤੋਂ ਰੋਕਿਆ। ਉਹਨਾਂ ਕਿਹਾ ਕਿ ਮੈਂ ਮਾਫੀ ਨਹੀਂ ਮੰਗ ਸਕਦਾ। ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।